असलामुअलैकुम सज्जनों ते मित्रों। ਅੱਜ ਦਾ ਇਹ ਵੀਡੀਓ ਮੈਂ ਬਣਾਉਣ ਲੱਗੀ ਹਾਂ ਕਿਉਂਕਿ ਮੈਂ ਰੀਸੈਂਟਲੀ ਫਿਲਮ ਵੇਖੀ ਹੈ ਮੌਲਾ ਜੱਟ ਤੇ ਮੈਨੂੰ ਦਿਲ ਕੀਤਾ ਕਿ ਮੈਂ ਇਹ ਵੀਡੀਓ ਹੁਣ ਪੰਜਾਬੀ ਚ ਬਣਾ। ਪੰਜਾਬੀ ਜਾਂ ਪਠਵਾਰੀ ਜਿਹੜੀ ਮੇਰੀ ਜ਼ੁਬਾਨ ਹੈ ਮਿਕਸੀ ਹੈ ਤੇ ਉਹਦੇ ਵਿੱਚ ਬਣਾਉਂਗੀ ਔਰ ਇਸ ਵਾਸਤੇ ਕਿ ਫਿਲਮ ਨੂੰ ਦੇਖ ਕੇ ਦਿਲ ਕੀਤਾ ਕਿ ਇसी ਜ਼ੁਬਾਨ ਨੂੰ ਯੂਜ਼ ਕਰਾਂ ਔਰ ਇਸ ਫਿਲਮ ਨੂੰ ਜਿਸ ਤਰੀਕੇ ਨਾਲ ਮੈਂ ਦੇਖਿਆ ਉਹ ਤੁਹਾਨੂੰ ਦੱਸਾਂਗੀ। ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਪਹਿਲੂ ਨੇ, ਇਸ ਵਾਸਤੇ ਇਸ ਦੇ ਵਿੱਚ ਹੋਰ ਵੀ ਇੱਕ ਵੀਡੀਓ ਤੁਹਾਨੂੰ ਬਾਅਦ ਵਿੱਚ ਮਿਲੇਗਾ। ਮੌਲਾ ਜੱਟ ਫਿਲਮ ਮੈਂ ਪਹਿਲੇ ਤਾਂ ਵੇਖਣਾ ਹੀ ਨਹੀਂ ਚਾਹੁੰਦੀ ਸੀ ਕਿਉਂਕਿ ਬਸ ਕੋਈ ਮੇਰਾ ਕੋਈ ਇਰਾਦਾ ਨਹੀਂ ਸੀ, ਆਪਣੀ ਬਿਜ਼ੀ ਰੂਟੀਨ ਵਿੱਚ ਸੀ। ਲੇਕਿਨ ਫਿਰ ਜਦੋਂ ਪਤਾ ਲੱਗਾ ਇੱਥੇ ਯੂਰਪ ਵਿੱਚ ਲੋਕ ਕਾਫੀ ਇਹਨੂੰ ਐਡਮਾਇਰ ਕਰ ਰਹੇ ਨੇ, ਖਾਸ ਤੌਰ 'ਤੇ ਨਈ ਜਨਰੇਸ਼ਨ ਯੰਗ ਜੋ ਯੂਥ ਹੈ, ਤੇ ਫਿਰ ਮੈਂ ਕਿਹਾ ਨਹੀਂ ਵਾਕਈ ਦੇਖਣੀ ਚਾਹੀਦੀ ਹੈ। ਤੇ ਨਾਲੇ ਕੁਝ ਮੇਰੀਆਂ ਦੋਸਤਾਂ ਨੇ ਵੀ ਦੇਖੀ ਤਾਂ ਉਹਨਾਂ ਨੇ ਵੀ ਕਿਹਾ ਕਿ ਨਹੀਂ ਅੱਛੇ ਰਿਵਿਊ ਨੇ, ਤੇ ਮਤਲਬ ਅੱਛੇ ਰਿਵਿਊ ਸੇ ਉਹਨਾਂ ਦੇ ਕਿ ਅੱਛੀ ਹੈ, ਐਂਟਰਟੇनिंग है, ये वो तो देख लेने। मैं ਕਿਹਾ ਠੀਕ ਹੈ, ਐਂਟਰਟੇਨਮੈਂਟ ਹੋਏਗੀ ਤੇ ਠੀਕ ਹੈ, ਸਾਨੂੰ ਵੀ ਥੋੜਾ ਹੱਕ ਹੈ ਕਿ ਸਾਰਾ ਦਿਨ ਰੂਟੀਨ ਨੇ ਜਿਹੜੇ ਕੰਮ ਹੈ ਉਹ ਕਰ ਕਰਕੇ ਬੰਦਾ ਇੱਦਾਂ ਬੋਰ ਹੋ ਜਾਂਦਾ ਹੈ ਕਿ ਚਲੋ ਠੀਕ ਹੈ, ਥੋੜਾ ਜਿਹਾ ਐਂਟਰਟੇਨਮੈਂਟ ਵੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ, ਤੇ ਚਲੋ ਅਸੀਂ ਵੀ ਚੱਲਦੇ ਹਾਂ। लेकिन क्योंकि मेरे अंदर क्यूरियोसिटी बहुत ज़्यादा हो गई थी तो मैं 2 दिन पहले पुरानी मुला जट भी लगा के देख ली यूट्यूब पे। तो हुण सारे घर वाले कह रहे थे कि तू पहले ही वेख लिए, तेनू सारी स्टोरी तो पहले ही पता है, तो हुण तेनू वो मज़ा नहीं आएगा जेड़ा असल स्टोरी दे विच है। मैंने कहा नहीं, बस मेरा अंदर क्यूरियोसिटी सी कि बई देखा कोई चीज़ होए जिहदे नाल मैं कंपेयर कर सकां कि बई ਹੁਣ 40 ਸਾਲ ਬਾਅਦ ਅਗਰ ਕੋਈ ਚੀਜ਼ ਦੁਬਾਰਾ ਬਣ ਰਹੀ ਹੈ ਤੇ ਇਹਨੇ 40 ਸਾਲਾਂ ਦੇ ਵਿੱਚ ਅਸੀਂ ਲੋਕ ਕਿੰਜ ਚੇਂਜ ਹੋਏ ਹਾਂ, ਕਿਸ ਤਰੀਕੇ ਨਾਲ ਮਾਸ਼ਰੇ ਦੇ ਵਿੱਚ ਤਬਦੀਲੀ ਆਈ ਹੈ ਜਾਂ ਹੋਰ ਚੀਜ਼ਾਂ ਦੇ ਵਿੱਚ। ਤੇ ਤਬਦੀਲੀ ਤੇ ਜ਼ਾਹਿਰ ਹੈ ਉਹ ਨਜ਼ਰ ਆ ਰਹੀ ਹੈ। ਮੈਂ 2 ਹੀ ਫਿਲਮਾਂ ਵੇਖੀਆਂ, ਹਾਲਾਂਕਿ ਰੀਸੈਂਟਲੀ ਮੈਨੂੰ ਪਤਾ ਲੱਗਾ ਕਿ ਮੌਲਾ ਜੱਟ 2-3 ਦਫਾ ਪਹਿਲੇ ਬਣ ਚੁੱਕੀ ਹੈ। ਤੇ ਐਨੀਵੇ ਹੁਣ ਸਾਰੀਆਂ ਵਰਜ਼ਨਸ ਤੇ ਮੈਂ ਨਹੀਂ ਦੇਖੀਆਂ, ਲੇਕਿਨ ਜਿਹੜੀਆਂ 2 ਵਰਜ਼ਨਸ ਮੈਂ ਦੇਖੀਆਂ ਉਹਨਾਂ ਨੂੰ ਮੈਂ ਕੰਪੇਅਰ ਕਰਾਂਗੀ ਇਸ ਵੀਡੀਓ ਦੇ ਵਿੱਚ ਔਰ ਥੋੜ੍ਹਾ ਜਿਹਾ ਦੱਸਾਂਗੀ ਕਿ ਮੈਨੂੰ ਉਸ ਦੇ ਵਿੱਚ ਕੀ ਚੀਜ਼ ਲੱਗੀ ਹੈ ਔਰ ਕੀ ਲੱਗਦਾ ਮੈਨੂੰ ਕਿ ਉਹ ਠੀਕ ਹੋ ਸਕਦਾ ਹੈ। ਕਿਉਂਕਿ ਫਿਲਮਾਂ ਸਾਡੀ ਆਮ ਜ਼ਿੰਦਗੀ ਦੀ ਅਕਾਸੀ ਕਰਦੀਆਂ ਨੇ, ਲੇਕਿਨ ਇਹ ਮੌਲਾ ਜੱਟ ਨਾ ਪਹਿਲੀ ਤੇ ਨਾ ਦੂਸਰੀ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜ਼ਿੰਦਗੀ ਦੀ ਉਸ ਤਰ੍ਹਾਂ ਅਕਾਸੀ ਕਰਦੀਆਂ ਨੇ। ਲੇਕਿਨ ਬਹੁਤ ਸਾਰੇ ਪਹਿਲੂ ਹੈ ਨੇ ਜਿਹੜੇ ਕਿ ਪੈਰਲਲ ਚੱਲਦੇ ਨੇ ਇਹਨਾਂ ਦੇ ਵਿੱਚ, ਜਿਨ੍ਹਾਂ ਤੋਂ ਕਾਫੀ ਕੁਝ ਸਿੱਖ ਸਕਦੇ ਹਾਂ। ਤੇ ਜਦੋਂ ਨਈ ਫਿਲਮ ਵੇਖੀ ਹੈ ਤੇ ਸਭ ਤੋਂ ਜਿਹੜੀ ਚੀਜ਼ ਬਿਹਤਰ ਲੱਗੀ ਹੈ ਉਹ ਹੈ ਕਿ ਕੁਆਲਿਟੀ ਹੈ, ਤਸਵੀਰ ਦੀ ਕੁਆਲਿਟੀ, ਆਵਾਜ਼ ਦੀ ਕੁਆਲਿਟੀ, ਕੈਮਰਾ ਟ੍ਰਿਕਸ ਔਰ ਜਿਸ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਰੀਅਲੀ ਦੱਸਿਆ ਹੈ ਉਹ ਜ਼ਾਹਿਰ ਹੈ ਕਿ ਐਡਮਾਇਰ ਹੈ। ਜ਼ਾਹਿਰ ਹੈ ਕਿ ਟੈਕਨੋਲੋਜੀ ਇਹਨਾਂ ਸਾਲਾਂ ਦੇ ਵਿੱਚ ਬਹੁਤ ਵਧੀਆ ਹੋਈ ਹੈ। ਪਿਛਲੇ 40 ਸਾਲਾਂ ਦੇ ਵਿੱਚ ਜੋ ਟੈਕਨੋਲੋਜੀ ਉਸ ਜ਼ਮਾਨੇ 'ਚ ਸੀ ਹੁਣ ਉਸ ਤੋਂ ਕਾਫੀ ਡਿਵੈਲਪ ਹੋ ਗਈ ਹੈ ਤੇ ਉਹ ਚੀਜ਼ ਤੁਹਾਨੂੰ ਨਜ਼ਰ ਵੀ ਆਉਂਦੀ ਹੈ। ਉਸ ਤੋਂ ਇਲਾਵਾ ਉਹਨਾਂ ਨੇ ਸਟੋਰੀ ਜਿਸ ਚੀਜ਼ 'ਤੇ ਮੈਂ ਜਾਂਦੀ ਹਾਂ, ਖਾਸ ਤੌਰ 'ਤੇ ਮੈਂ ਕਿਉਂਕਿ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲਾਈਕ ਕਰਦੀ ਹਾਂ ਕਿ ਇਨਸਾਨ ਦੇ ਇਮੋਸ਼ਨਸ ਔਰ ਇਨਸਾਨ ਦੀ ਸੋਚਾਂ ਨੂੰ ਕਿਸ ਤਰੀਕੇ ਨਾਲ ਫਿਲਮ ਵਿੱਚ ਦਿਖਾਇਆ ਜਾਂਦਾ ਹੈ। ਤੇ ਫਿਰ ਮੇਰੇ ਲਈ ਸਟੋਰੀ ਬਹੁਤ ਇੰਪੋਰਟੈਂਟ ਹੁੰਦੀ ਹੈ ਫਿਲਮ ਦੀ। ਤੇ ਸਟੋਰੀਆਂ ਦੋਨੇ ਬੜੀਆਂ ਚੰਗੀਆਂ ਸਨ, ਲੇਕਿਨ ਦੋਨਾਂ ਨਾਲ ਹੀ ਮੈਨੂੰ ਥੋੜਾ ਇਤਰਾਜ਼ ਸੀ। ਤੇ ਪਹਿਲੇ ਇਸ ਵੀਡੀਓ ਦੇ ਵਿੱਚ ਪਹਿਲੀ ਜਿਹੜੀ ਮੌਲਾ ਜੱਟ ਮੈਂ ਵੇਖੀ ਹੈ ਉਹਦੇ ਬਾਰੇ ਦੱਸਾਂਗੀ, ਜਿਸ ਦੇ ਵਿੱਚ ਸੁਲਤਾਨ ਰਾਹੀ ਸਾਹਿਬ ਸਨ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਔਰ ਆਲੀਆ ਔਰ ਆਸੀਆ, ਇਹ ਸਾਰੇ ਐਕਟਰਸ ਜਿਹੜੇ ਹੁਣ ਦੁਨੀਆ 'ਚ ਨਹੀਂ ਹੈਗੇ ਇਹ ਹੈ ਸਨ, ਔਰ ਚਕੋਰੀ ਵੀ ਹੈ ਸੀ, ਔਰ ਹਾਂ ਮੁਸਤਫਾ ਕੁਰੈਸ਼ੀ ਸਾਹਿਬ, ਉਹਨਾਂ ਦੀ ਬੜੀ ਅੱਛੀ ਐਕਟਿੰਗ ਸੀ। ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਮੁਸਤਫਾ ਕੁਰੈਸ਼ੀ ਨੇ ਨੂਰੀ ਨੱਥ ਦਾ ਰੋਲ ਪਲੇ ਕੀਤਾ ਹੈ ਉਹ ਪੁਰਾਣੀ ਫਿਲਮ ਵਿੱਚ ਉਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈਗਾ। ਐਨੀਵੇ ਰੋਲਸ ਉਸ ਫਿਲਮ ਵਿੱਚ ਵੀ ਅੱਛੇ ਪਲੇ ਕੀਤੇ ਗਏ, ਲੇਕਿਨ ਮੈਨੂੰ ਜਿਹੜਾ ਪੁਆਇੰਟ ਲੱਗਾ ਸੀ ਪੁਰਾਣੀ ਫਿਲਮ ਵਿੱਚ ਉਹ ਇਹ ਸੀ ਕਿ ਜਦੋਂ ਸ਼ੁਰੂ ਹੁੰਦੀ ਹੈ ਫਿਲਮ ਤੇ ਜਿਹੜਾ ਨੂਰੀ ਨੱਥ ਦਾ ਭਰਾ ਹੈ ਜਿਵੇਂ ਇੱਕ ਕੁੜੀ ਦੇ ਪਿੱਛੇ ਪਿਆ ਹੁੰਦਾ ਹੈ, ਤੇ ਮੌਲਾ ਜੱਟ ਉਸ ਵੇਲੇ ਉਸ ਕੁੜੀ ਨੂੰ ਬਚਾਉਂਦਾ ਹੈ ਔਰ ਇਨਸਾਫ ਇਹ ਕਰਦਾ ਹੈ ਕਿ ਤੂੰ ਇਹਨੂੰ ਹੱਥ ਪਾਇਆ ਹੈ ਤੇ ਇਸ ਵਾਸਤੇ ਤੇਰੀ ਭੈਣ ਦੀ ਸ਼ਾਦੀ ਇਸਨੇ ਭਰਾ ਨਾਲ ਕਰਾਂਗੇ।
ਜਿਹੜਾ ਮੌਲਾ ਜੱਟ ਦਾ ਇਨਸਾਫ ਹੁੰਦਾ ਹੈ। ਤਾਂ ਮੌਲਾ ਜੱਟ ਉਸ ਫਿਲਮ ਵਿੱਚ ਕਹਿੰਦਾ ਐਸਾ ਬੰਦਾ ਦਿਖਾਇਆ ਨੇ ਜਿਹੜਾ ਕਿ ਕਾਫੀ ਇਨਫਲੂਐਂਸ਼ੀਅਲ ਹੁੰਦਾ ਹੈ ਆਪਣੇ ਘਰਾਣੇ ਵਿੱਚ, ਔਰ ਉਸੇ ਨੂੰ ਫੈਸਲਾ ਸਾਰੇ ਸੁਣਦੇ ਨੇ, ਕਿਉਂਕਿ ਉਸ ਦੀ ਵੀ ਸ਼ਾਇਦ ਕੋਈ ਹਿਸਟਰੀ ਹੈਗੀ, ਕਿਉਂਕਿ ਉਹ ਦੱਸਦੇ ਨੇ ਕਿ ਬਈ ਉਸ ਦਾ ਕੋਈ ਫੌਤ ਹੋ ਗਿਆ ਸੀ, ਕੋਈ ਮਰ ਗਿਆ ਸੀ, ਔਰ ਇਸ ਤਰ੍ਹਾਂ ਉਹਨਾਂ ਉਸ ਨੂੰ ਦਫਨਾ ਕੇ ਉੱਥੇ ਹੀ ਉਸਨੇ ਗੰਡਾਸਾ ਵੀ ਦਫਨਾਇਆ ਸੀ ਕਿ ਮੈਂ ਹੁਣ ਦੁਸ਼ਮਣੀ ਖਤਮ ਕਰਾਂਗਾ। ਐਨੀਵੇ ਉਹ ਉਸ ਦਾ ਫੈਸਲਾ ਸੀ ਕਿ ਇਸ ਤਰ੍ਹਾਂ, ਔਰ ਔਰਤ ਜਿਹੜੀ ਸੀ ਜਿਸ ਨੂੰ ਉਸ ਬਚਾਇਆ ਸੀ, ਉਹ ਇਤਨੀ ਜ਼ਿਆਦਾ ਦੁੱਖ ਵਿੱਚ ਹੋ ਗਈ ਕਿ ਵਿਚਾਰੀ ਨੱਚ ਨੱਚ ਕੇ ਮਰ ਗਈ। ਕਹਿਣੇ ਦਾ ਮਕਸਦ ਇਹ ਸੀ ਕਿ ਉਸ ਜ਼ਮਾਨੇ 'ਚ ਔਰਤ ਨੂੰ ਪਕੜ ਲੈਣਾ, ਉਹਦੀ ਇੱਜ਼ਤ ਲੁੱਟਣਾ ਜਾਂ ਇਸ ਤਰ੍ਹਾਂ ਖੇਲ ਤਮਾਸ਼ਾ ਇਹ ਹੈ ਸੀ। ਔਰ ਉਸ ਜ਼ਮਾਨੇ 'ਚ ਵੀ ਐਸੇ ਇਨਸਾਫ ਹੈ ਸਨ ਕਿ ਹਾਂ ਜੀ ਠੀਕ ਹੈ, ਔਰਤ ਦੇ ਬਦਲੇ ਔਰਤ, ਤੂੰ ਮੇਰੀ ਭੈਣ ਨੂੰ ਹੱਥ ਪਾਇਆ ਤੇ ਹੁਣ ਤੇਰੀ ਭੈਣ ਦੇ ਭਰਾ ਨਾਲ ਸ਼ਾਦੀ, ਮਤਲਬ ਬਦਲਾ। ਔਰਤ ਦੇ ਬਦਲੇ ਔਰਤ, ਹੱਥ ਦੇ ਬਦਲੇ ਹੱਥ, ਉਸ ਬਾਅਦ ਵਿੱਚ ਲੱਤ ਤੋੜੀ ਤੇ ਲੱਤ ਦੇ ਬਦਲੇ ਲੱਤ। ਤੇ ਇਹ ਇਨਸਾਫ ਸੀ ਉਹਨਾਂ ਦਾ। ਔਰ ਉਸਦੇ ਵਿੱਚ ਜਿਹੜਾ ਮੈਨੂੰ ਤਕਲੀਫ ਹੁੰਦੀ ਸੀ ਉਹ ਇਹ ਕਿ ਔਰਤ ਨੂੰ ਵੀ ਐਜ਼ ਏ ਚੀਜ਼ ਦੇਖਾ ਜਾਂਦਾ ਹੈ, ਜੈਸੇ ਕਿਸੇ ਦੀ ਮੰਝ ਕੋਈ ਲੈ ਕੇ ਚਲਾ ਗਿਆ, ਹੁਣ ਮੈਨੂੰ ਮੰਝ ਹੀ ਦੇਣੀ ਹੈ, ਤੂੰ ਔਰਤ ਲੈ ਗਿਆ ਤਾਂ ਔਰਤ ਹੀ ਸਹੀ ਹੈ। ਇਸ ਤਰ੍ਹਾਂ ਔਰਤ ਨੂੰ ਇੱਕ ਜਾਨਵਰ, ਇੱਕ ਚੀਜ਼ ਦੀ ਤਰ੍ਹਾਂ ਦੇਖਾ ਜਾਂਦਾ ਸੀ। ਹਾਂ, ਔਰਤ ਨੂੰ ਬਹੁਤ ਜ਼ਿਆਦਾ ਆਪਣੀ ਇੱਜ਼ਤ ਨਾਲ ਕਨੈਕਟ ਕੀਤਾ ਜਾਂਦਾ ਸੀ, ਇਸ ਵਾਸਤੇ ਔਰਤ ਨੂੰ ਲੈ ਕੇ ਜਾਂ ਭੈਣ ਜਾਂ ਮਾਂ ਜਾਂ ਔਰਤ ਦੀ ਗਾਲੀ ਵੀ ਬਹੁਤ ਜ਼ੋਰ ਦੀ ਲੱਗਦੀ ਸੀ, ਜੱਟ ਨੂੰ ਵੀ ਤੇ ਨੱਤ ਨੂੰ ਵੀ, ਤੇ ਉਹਦੇ ਤੇ ਲੜਾਈਆਂ ਹੋਣੀਆਂ ਸੀ ਬਹੁਤ ਜ਼ਿਆਦਾ। ਤਾਂ ਉਹ ਜਿਹੜਾ ਪੁਰਾਣਾ ਇੱਕ ਡਾਇਨਾਮਿਕ ਹੈ ਜ਼ਨ ਜ਼ਰ ਤੇ ਜ਼ਮੀਨ, ਉਹ ਉਹਦੇ ਵਿੱਚ ਨਜ਼ਰ ਆ ਰਿਹਾ ਸੀ ਇਸ ਵੇਲੇ ਕਿ ਸਭ ਜਿਹੜੇ ਵੇ ਉਹ ਇੱਕ ਕਿਸਮ ਨੇ ਇੰਤਕਾਮ ਨਹੀਂ ਅੱਗੇ ਜਾ ਕੇ, ਇੰਤਕਾਮ ਇੰਤਕਾਮ, ਅੱਗ ਹੀ ਅੱਗ, ਹਰ ਪਾਸੇ ਲੜਾਈਆਂ, ਕਤਲ ਗਾਰਤਗਰੀ, ਬਹੁਤ ਮਾਰੇ ਉਸ ਫਿਲਮ ਵਿੱਚ ਵੀ। ਤੇ ਐਂਡ ਤੇ ਜਿਹੜਾ ਹੈ ਨਾ ਉਹ ਜਿਹੜੀ ਕੁੜੀ ਹੈ ਸੀ ਉਹ ਚਲੋ ਮਾਫੀ ਮੰਗ ਲੈਂਦੀ ਹੈ, ਤੇ ਉਸ ਵੇਲੇ ਨੂਰੀ ਨੱਥ ਵੀ ਆਪਣੀ ਹਾਰ ਮੰਨ ਕੇ ਤੇ ਆਪਣੀ ਲੱਤ ਵੀ ਦੇ ਦਿੰਦਾ ਹੈ ਜੱਟ ਨੂੰ, ਕਿ ਉਹਦੀ ਜ਼ਿੱਦ ਪੂਰੀ ਹੋਈ ਹੈ, ਕਿ ਜੱਟ ਦੀ ਜ਼ਿੱਦ ਪੂਰੀ ਹੋਈ ਹੈ। ਬੇਸਿਕਲੀ ਜ਼ਿੱਦ ਤੇ ਗੈਰਤ ਤੇ ਅਨਾਹ ਤੇ ਇਹ ਚੀਜ਼ਾਂ ਬਣਾਈਆਂ ਗਈਆਂ ਸਨ। ਸਾਰੀ ਲੜਾਈ ਝਗੜਾ ਇਹਦੇ ਹੋਇਆ। ਕਿਉਂਕਿ ਮੈਨੂੰ ਉਹ ਵੀ ਨਹੀਂ ਪਸੰਦ ਆਇਆ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਹੈ, ਠੀਕ ਹੈ ਨਾ। ਇਨਸਾਫ ਇਹ ਨਹੀਂ ਸੀ ਕਿ ਤਾਂ ਉਹ ਕੁੜੀ ਅਗਰ ਜਿਸ ਕੁੜੀ ਦੇ ਪਿੱਛੇ ਉਹ ਪਿਆ ਤਾਂ ਉਸ ਕੁੜੀ ਨਾਲ ਸ਼ਾਦੀ ਵੀ ਕਰ ਸੀ, ਤਾਂ ਉਹਦੀ ਭੈਣ ਦੀ ਸ਼ਾਦੀ ਇਸਨੇ ਭਰਾ ਨਾਲ ਹੋ ਸੀ, ਇਹ ਕੋਈ ਇਨਸਾਫ ਨਹੀਂ। ਮੇਰੇ ਨਜ਼ਦੀਕ ਅਗਰ ਕੋਈ ਕਿਸੇ ਕੁੜੀ ਨੂੰ ਹੱਥ ਪਾਉਂਦਾ ਹੈ ਜਾਂ ਉਸਦੀ ਇੱਜ਼ਤ ਲੁੱਟਦਾ ਹੈ, ਤਾਂ ਉਸ ਬੰਦੇ ਨਾਲ ਉਸਦੀ ਸ਼ਾਦੀ ਕਦੇ ਵੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਉਸ ਕੁੜੀ ਦੇ ਦਿਲ ਵਿੱਚ ਕਦੇ ਵੀ ਉਸ ਬੰਦੇ ਦੀ ਇੱਜ਼ਤ ਨਹੀਂ ਆ ਸਕਦੀ ਹੈ। ਤੇ ਜਿਸ ਰਿਸ਼ਤੇ 'ਚ ਇੱਜ਼ਤ ਹੀ ਨਾ ਹੋਵੇ, ਉਸ ਰਿਸ਼ਤੇ ਨੂੰ ਜੋੜਨੇ ਦਾ ਕੀ ਫਾਇਦਾ। ਤੇ ਉਸ 'ਤੇ ਮੈਨੂੰ ਇਤਰਾਜ਼ ਸੀ, ਤੇ ਨਾਲੇ ਇਹ ਵੀ ਇਤਰਾਜ਼ ਸੀ ਕਿ ਬਈ ਉਸ ਦੀ ਭੈਣ ਦੀ ਸ਼ਾਦੀ ਇਸ ਦੇ ਭਰਾ ਨਾਲ ਕਿਉਂ ਹੋਵੇ, ਜਦਕਿ ਉਹਨਾਂ ਦਾ ਮਤਲਬ ਉਸ ਦੀ ਭੈਣ ਦਾ ਤਾਂ ਇਸ ਪੂਰੇ 'ਚ ਕੋਈ ਕਸੂਰ ਹੀ ਨਹੀਂ ਹੈ। ਅਗਰ ਭਰਾ ਪੁੱਠੇ ਕੰਮ ਕਰਦਾ ਹੈ ਤਾਂ ਸਿਰਫ ਭੈਣ ਦਾ ਕੀ ਕਸੂਰ ਹੈ ਕਿ ਉਹਨੂੰ ਵੀ ਸਜ਼ਾ ਮਿਲੇ ਉਹਦੇ ਭਰਾ ਨਾਲ ਸ਼ਾਦੀ ਕਰਕੇ। ਤਾਂ ਮੈਨੂੰ ਇਹ ਚੀਜ਼ਾਂ ਬਹੁਤ ਤਕਲੀਫ ਦੇ ਰਹੀਆਂ ਸੀ ਪੁਰਾਣੀ ਫਿਲਮ ਵਿੱਚ। ਤੇ ਹੁਣ ਦੂਸਰੇ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਨਈ ਫਿਲਮ ਵਿੱਚ ਕੀ ਚੀਜ਼ਾਂ ਚੇਂਜ ਹੋਈਆਂ ਜਿਹੜੀਆਂ, ਔਰ ਫਿਰ ਉਹਨਾਂ ਨੇ ਮੈਨੂੰ ਕਿਸ ਤਰ੍ਹਾਂ ਤਕਲੀਫ ਦਿੱਤੀ। ਹਾਂ, ਲੇਕਿਨ ਇਹ ਵੀ ਹੈ ਕਿ ਅੱਛੀ ਕੀ ਚੀਜ਼ ਸੀ, ਅੱਛੀਆਂ ਕੁਝ ਚੀਜ਼ਾਂ ਹੈ ਸੀਆਂ ਪੁਰਾਣੀ ਫਿਲਮ ਵਿੱਚ, ਔਰ ਜ਼ਾਹਿਰ ਹੈ ਉਹਨਾਂ ਦੀ ਐਕਟਿੰਗ ਅੱਛੀ ਸੀ ਔਰ ਸਾਰਾ ਕੁਛ, ਔਰ ਕੁਛ ਜਿਸ ਤਰੀਕੇ ਨਾਲ ਉਹਨਾਂ ਡਾਇਲੋਗਸ ਬੋਲੇ ਸਨ, ਉਹ ਡਾਇਲੋਗਸ ਅੱਛੇ ਸਨ ਵਕਤ ਵਕਤ ਨਾਲ। ਹਾਂ, ਜਿਹੜੀ ਰੈੱਡ ਲਾਈਨ ਸੀ ਸਟੋਰੀ ਦੀ, ਜਿਸ ਤੇ ਜਿਹੜਾ ਔਰਤ ਦੀ ਵਜ੍ਹਾ ਸੇ ਬਦਲਾ ਔਰ ਔਰਤ ਹੀ ਨੂੰ ਸਜ਼ਾ ਦੇ ਰਹੇ हैं, ਔਰ ਸਾਰੇ ਲੋਕ ਨਫ਼ਰਤ ਦੀ ਬੇਸ 'ਤੇ ਚੱਲ ਰਹੇ ਨੇ, ਔਰ ਇਨਸਾਫ ਹੋ ਰਿਹਾ ਹੈ ਬਗੈਰ ਕਿਸੇ ਤੋਂ ਪੁੱਛੇ। ਮਤਲਬ ਇੱਕ ਔਰਤ ਨਾਲ ਅਗਰ ਐਸਾ ਹੋਇਆ ਹੈ ਤੇ ਇਨਸਾਫ ਮੌਲਾ ਜੱਟ ਕਰ ਰਿਹਾ ਹੈ, ਹਾਲਾਂਕਿ ਮੌਲਾ ਜੱਟ ਨੇ ਔਰਤ ਤੋਂ ਪੁੱਛਿਆ ਹੀ ਨਹੀਂ ਹੈ ਕਿ ਬਈ ਤੇਰੀ ਨਜ਼ਰ 'ਚ ਇਨਸਾਫ ਕੀ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੰਪਰੂਵ ਹੋਣੀਆਂ ਚਾਹੀਦੀਆਂ ਸਨ, ਲੇਕਿਨ ਹੁਣ ਦੇਖ ਰਹੇ ਹਾਂ ਕਿ 40 ਸਾਲ ਬਾਅਦ ਕੇ ਇੰਪਰੂਵ ਹੋਇਆ। ਤੇ ਇਹ ਹੀ ਮੈਂ ਵੇਖਣ ਵਾਸਤੇ ਦੂਸਰੀ ਫਿਲਮ ਦੇਖੀ ਸੀ। ਦੂਸਰੀ ਵੀਡੀਓ 'ਚ ਤੁਹਾਨੂੰ ਉਹ ਦੱਸਾਂਗੀ ਕਿ ਮੈਨੂੰ ਉਹ ਕੀ ਨਜ਼ਰ ਆਇਆ ਇਹਦੇ ਵਿੱਚ। ਤੇ ਦੂਸਰੀ ਵੀਡੀਓ ਵੀ ਦੇਖ ਲਵੋ, ਉਹਦਾ ਲਿੰਕ ਹੀ ਥੱਲੇ ਹੀ ਲਗਾ ਹੋਇਆ ਹੈ।